ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ ਫੇਸਬੁੱਕ ਤੇ YouTube ਚੈਨਲ। ਦੋਸਤੋ ਇਹ ਵੀਡੀਓ ਹੁੰਦੀ ਹੈ Q&A ਯਾਨੀ ਕਿ ਕੁਐਸਚਨ ਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ ਹੈਗਾ। ਸੋ ਕਿਸੇ ਨੇ ਵੀ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਮੈਨੂੰ ਮੇਰੀ ਇਸ ਵੀਡੀਓ ਤੇ ਪੁੱਛ ਸਕਦੇ ਹੋ। ਤੁਸੀਂ ਮੇਰੀ ਕਿਸੇ ਵੀਡੀਓ ਤੇ ਕਮੈਂਟ ਕਰੋਗੇ, ਜੇ ਤੁਹਾਡਾ ਕਮੈਂਟ ਮੈਨੂੰ ਵਧੀਆ ਲੱਗਦਾ ਹੈਗਾ, ਜੇ ਤੁਹਾਡਾ ਕਮੈਂਟਸ ਵੈਲਿਊਏਬਲ ਹੋਇਆ यानी कि होर लोगों को भी उस कमेंट तो कुछ सीखने को मिलता होवे तो मैं जरूर थोड़ा कमेंट जिहड़ा इस प्रोग्राम दे विच शामिल करूँगा। सो आओ शुरू करते हैं आज का क्या हुआ। शारंस गुप्ता का पहला कमेंट है, लिखते हैं सर क्या हमको बिना बैंक स्टेटमेंट एंड इनकम टैक्स शो करे कि मिल सकता है यूएसए का वीज़ा। देखिए ब्रदर, यूएसए का जो वीज़ा है वो उसके लिए आपको ना तो कोई इनकम टैक्स रिटर्न दिखानी पड़ती है, ना ही कोई किसी तरह का बैंक बैलेंस शो करना पड़ता है। यूएसए का टूरिस्ट वीज़ा टोटली आपकी इंटरव्यू पे डिपेंड करता है। यूएस वीज़ा फॉर्म जब हम भरते हैं DS-160 तो उसमें आप कुछ भी लिख सकते हो, जो आप लिखोगे वो आपको इंटरव्यू के जरिए प्रूव करना पड़ता है। यदि आप में कैपेसिटी है, आप भी कैपेबिलिटी है कि आप वीज़ा अफसर के आगे कन्विंस कर सकते हो, वीज़ा ऑफिसर को वीज़ा देने के लिए कन्विंस कर सकते हो, तो आप वीज़ा ले सकते हो। यूएसए के लिए किसी तरह का कोई बैंक बैलेंस या कोई ITR की जरूरत नहीं पड़ती। शिवा जी का अगला कमेंट है, लिखते हैं सर प्लीज यूज इंग्लिश लैंग्वेज एल्स इट डोंट यूज फॉर many peoples। I am sorry brother because our base basically in Punjabi and many peoples knowing only Hindi, so we can't do video in English। So if you have some inquiry you can give us a call, we will definitely answer your calling। thank you। सोनू गिल लिखते हैं सर जी की ਹੁਣ 에ਅਰਪੋਰਟ ਤੇ ਕਰੋਨਾ ਟੈਸਟ ਕਰਾਉਣ ਦੀ ਲੋੜ ਨਹੀਂ ਹੈਗੀ ਜੀ। ਅੱਜ ਮੈਂ ਨਿਊ ਅਪਡੇਟ ਦੀਆਂ ਵੀਡੀਓ ਦੇਖਿਆ ਸੀ, ਕਹਿੰਦੇ ਨੇ 에ਅਰਪੋਰਟ ਤੇ ਕੋਵਿਡ ਟੈਸਟ ਨਹੀਂ ਹੋਏ ਕਰੇਗਾ ਜੀ, ਥੋੜਾ ਜ਼ਰੂਰ ਦੱਸਿਓ। ਬਿਲਕੁਲ ਜੀ, ਹੁਣ ਕੋਵਿਡ ਟੈਸਟ 에ਅਰਪੋਰਟ ਤੇ ਕਰਾਉਣ ਦੀ ਲੋੜ ਨਹੀਂ। ਜੇਕਰ ਤੁਸੀਂ ਕਿਸੇ ਇੰਟਰਨੈਸ਼ਨਲ ट्रैवल ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜਿਹੜੀ ਤੁਹਾਡੀ ਫਲਾਈਟ ਹੈ ਉਸ ਤੋਂ 72 ਘੰਟੇ ਪਹਿਲਾਂ ਦੀ ਜਿਹੜੀ ਹੈ ਕੋਵਿਡ ਨੈਗੇਟਿਵ ਦੀ ਰਿਪੋਰਟ ਚਾਹੀਦੀ ਹੈ। ਉਹ ਰਿਪੋਰਟ ਤੁਸੀਂ ਕਿਤੋਂ ਵੀ ਕਰਾ ਸਕਦੇ ਹੋ, ਦੇਸ਼ ਦੇ ਕਿਸੇ ਵੀ ਕੋਨੇ 'ਚ ਕਰਾ ਸਕਦੇ ਹੋ। ਤੁਹਾਡੀ ਜਿਹੜੀ ਕਰੋਨਾ ਰਿਪੋਰਟ ਹੈ ਉਹ ਨੈਗੇਟਿਵ ਹੋਣੀ ਚਾਹੀਦੀ ਹੈ, IMRC ਤੋਂ ਅਪਰੂਵਡ ਤੇ ਬਾਰਕੋਡ ਰਿਪੋਰਟ ਦੇ ਉੱਪਰ ਹੋਣਾ ਚਾਹੀਦਾ। ਸੋ ਇਹ ਤੁਸੀਂ ਨੈਗੇਟਿਵ ਕਰਵਾ ਕੇ ਜਾ ਸਕਦੇ ਹੋ, ਤੁਹਾਨੂੰ 에ਅਰਪੋਰਟ ਤੇ ਕੋਈ ਸਪੈਸ਼ਲ ਕਰੋਨਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈਗੀ ਜੀ। ਸੁਖਰਾਜ ਸਿੱਧੂ ਲਿਖਦੇ ਨੇ ਵੀਰ ਜੀ ਉਹ ਪ੍ਰੋਫਾਈਲ ਵਾਲਿਆਂ ਲਈ ਕੋਈ ਹੈ ਵੀਜ਼ਾ ਘੱਟ ਖਰਚੇ 'ਚ, ਜਿਸ ਕੋਲ ਕੁਝ ਵੀ ਨਾ ਹੋਵੇ ਤਾਂ ਹੋ ਸਕਦਾ ਹੈਗਾ ਜੀ। ਦੇਖੋ ਜੀ, ਬਿਨਾ ਪ੍ਰੋਫਾਈਲ ਤੋਂ ਜਿਹੜਾ ਵੀਜ਼ਾ ਨਹੀਂ ਲੱਗਣਾ। ਜੇ ਤੁਸੀਂ ਆਪਦੀ ਪ੍ਰੋਫਾਈਲ ਨਹੀਂ ਬਣਾ ਸਕਦੇ ਫਿਰ ਵੀਜ਼ਾ ਤੁਹਾਨੂੰ ਨਹੀਂ ਮਿਲ ਸਕਦਾ। ਹਾਂ, ਤੁਹਾਨੂੰ ਉਹ ਲੋਕ ਵੀਜ਼ਾ ਲੈ ਕੇ ਦੇ ਸਕਦੇ ਨੇ ਜੋ ਥੋੜੀ ਝੂਠੀ ਪ੍ਰੋਫਾਈਲ ਬਣਾ ਸਕਦੇ ਨੇ, ਕਿਉਂਕਿ ਕੋਈ ਵੀ ਬੰਦਾ ਤੁਹਾਨੂੰ ਵੀਜ਼ਾ ਲੈ ਕੇ ਦਿੰਦਾ ਹੈ। ਕਈ ਤਰ੍ਹਾਂ ਦੇ ਕੰਸਲਟੈਂਟ ਹੁੰਦੇ ਨੇ ਜਿਹੜੇ ਤੁਹਾਡੇ ਸਿਰਫ ਪੈਨ ਕਾਰਡ, ਆਧਾਰ ਕਾਰਡ ਦੀ ਕਾਪੀ ਲੈ ਲੈਂਦੇ ਨੇ, ਬਾਕੀ ਦੇ ਸਾਰੇ ਫੇਕ ਡਾਕੂਮੈਂਟ ਬਣਾ ਕੇ ਯਾਨੀ ਕਿ ਤੁਹਾਡੀ ਗਲਤ ਪ੍ਰੋਫਾਈਲ ਬਣਾ ਕੇ ਤੁਹਾਨੂੰ ਵੀਜ਼ਾ ਲੈ ਕੇ ਦੇ ਦਿੰਦੇ ਨੇ। ਸੋ ਜੇ ਤੁਸੀਂ ਘੱਟ ਪੈਸਿਆਂ ਦੇ ਵਿੱਚ ਵੀਜ਼ਾ ਲੈਣਾ ਚਾਹੁੰਦੇ ਹੋ, ਤਸੱਲੀ ਬਖਸ਼ ਵੀਜ਼ਾ ਲੈਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਆਪਦੀ ਜਿਹੜੀ ਪ੍ਰੋਫਾਈਲ ਹੈਗੀ ਹੈ ਉਹ ਜ਼ਰੂਰ ਦਿਖਾਣੀ ਪੈਂਦੀ ਹੈ। ਤੇ ਪ੍ਰੋਫਾਈਲ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਕੋਈ ਵੀ ਬੰਦਾ ਆਪਦੀ ਪ੍ਰੋਫਾਈਲ ਜਿਹੜੀ ਬਣਾ ਸਕਦਾ ਹੈ। ਟੈਕਨੀਕਲੀ ਗੁਰੂ ਦਾ ਅਗਲਾ ਕਮੈਂਟ ਹੈ, ਲਿਖਦੇ ਨੇ सर जी कनेडा टूरिस्ट वीज़ा ਲਈ इंश्योरेंस की ज़रूरत होती है क्या। देखिए सर, जितने आप अच्छे पेपर लगाओगे वीज़ा के लिए उतने आपके चांसेस जो वो ज़्यादा होते जाते हैं। जैसे आप टूरिस्ट वीज़ा कर रहे हैं, उसमें आप रिटर्न टिकट लगा दोगे, उसमें आप इंश्योरेंस लगा दोगे, तो आपके जो पेपर अच्छे हो जाते हैं और आपके जो वीज़ा आने के चांसेस बढ़ जाते हैं। एक तो इंश्योरेंस का वैसे भी आपको फ़ायदा रहता है, यदि आपके पास ट्रैवल इंश्योरेंस है, आप आउट ऑफ कंट्री जाते हैं, कोई आपके पास आपके साथ मिस हैपनिंग हो जाती है तो आपको उस केस में इंश्योरेंस हेल्प करती है। और दूसरा एक आपके वीज़ा का डॉक्यूमेंट बन जाती है और आपको वीज़ा लेने में भी हेल्प करती है। विशाल भंडारी लिखते हैं सर मैं ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ, ਪਲੀਜ਼ ਮੈਨੂੰ ਦੱਸ ਦਿਓ, ਮੇਰੀ ਇੱਕ ਰਿਫਿਊਜ਼ਲ ਹੈ ਬੇਸਡ ਔਨ ਟਰੈਵਲ ਹਿਸਟਰੀ, ਮੈਨੂੰ ਐਡਵਾਈਸ ਕਰੋ ਕਿਵੇਂ ਪ੍ਰੋਸੀਡ ਕਰਨਾ ਚਾਹੀਦਾ ਹੈ। ਦੇਖੋ ਬ੍ਰਦਰ, ਜੇ ਤੁਹਾਡੀ ਪਹਿਲਾਂ ਰਿਫਿਊਜ਼ਲ ਹੈਗੀ ਹੈ ਤਾਂ ਤੁਸੀਂ ਆਪਦੀ ਪ੍ਰੋਫਾਈਲ ਨੂੰ ਪਹਿਲਾਂ ਨਾਲੋਂ ਸਟਰੋਂਗ ਬਣਾਓ। ਜੇ ਐਮਬੈਸੀ ਕਹਿੰਦੀ ਹੈ ਕਿ ਤੁਹਾਨੂੰ ਟਰੈਵਲ ਹਿਸਟਰੀ ਬਣਾਉਣੀ ਚਾਹੀਦੀ ਹੈ ਤਾਂ ਤੁਹਾਨੂੰ ਆਪਦੀ ਜਿਹੜੀ ਟਰੈਵਲ ਹਿਸਟਰੀ ਉਹ ਬਣਾ ਲੈਣੀ ਚਾਹੀਦੀ ਹੈ। ਸੋ ਤੁਸੀਂ ਡਿਸਾਈਡ ਕਰੋ ਕਿ ਤੁਹਾਡੀ ਪੌਕਟ ਕਿੰਨਾ ਕੁ ਅਲਾਉ ਕਰਦੀ ਹੈ, ਤੁਸੀਂ ਕਿਸ ਤਰ੍ਹਾਂ ਦਾ ਕੰਟਰੀ ਵਿਜ਼ਿਟ ਕਰ ਸਕਦੇ ਹੋ। ਸੋ ਵਿਜ਼ਿਟ ਕਰ ਲਓਗੇ ਤਾਂ ਵਧੀਆ ਗੱਲ ਹੈ। ਦੀਪ ਗੁੱਜਰ ਦਾ ਅਗਲਾ ਕਮੈਂਟ ਹੈ, ਲਿਖਦੇ ਨੇ ਸਰ ਅਗਰ ਪਾਸਪੋर्ट 7 ईयर वैलिड रह गया हो
ਟੂਰਿਸਟ ਵੀਜ਼ਾ ਕਿਤਨੇ ਏਰੇਗਾ ਲੱਗੇਗਾ ਪਲੀਜ਼ ਦੱਸ ਦੇਣਾ। ਦੇਖੋ ਜਿਹੜਾ ਕੈਨੇਡਾ ਦਾ ਵੀਜ਼ਾ ਜੀ ਜਿੰਨੇ ਤੁਹਾਡੀ ਪਾਸਪੋਰਟ ਦੀ ਵੈਲਿਡਿਟੀ ਹੈ ਉਨਾ ਹੀ ਤੁਹਾਡਾ ਵੀਜ਼ਾ ਲੱਗਦਾ ਹੈ। ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 10 ਈਅਰ ਹੈ ਤਾਂ ਵੀਜ਼ਾ 10 ਈਅਰ ਦਾ ਲੱਗੇਗਾ। ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 1 ਸਾਲ ਰਹਿ ਗਈ ਹੈ ਤਾਂ ਵੀਜ਼ਾ 1 ਸਾਲ ਲੱਗੇਗਾ। ਸੋ ਕੈਨੇਡਾ ਜਿਹੜਾ ਤੁਹਾਨੂੰ ਵੀਜ਼ਾ ਇਸ਼ੂ ਕਰਦਾ ਹੈ ਅਪ ਟੂ ਯੂਰ ਪਾਸਪੋਰਟ ਵੈਲਿਡਿਟੀ। ਧਰਮਿੰਦਰ ਕੁਮਾਰ ਦਾ ਅਗਲਾ ਕਮੈਂਟ ਹੈ, ਲਿਖਦੇ ਨੇ ਹੈਲੋ ਸਰ, ਮੇਰੇ ਕੋਲ ਟਰੈਵਲ ਹਿਸਟਰੀ ਕੋਈ ਨਹੀਂ ਹੈਗੀ ਲੇਕਿਨ ਮੇਰੀ ਇਨਕਮ ਵਧੀਆ ਹੈ, ਮੈਂ ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ ਹਾਂ, ਮੇਰੇ ਕੋਲ ਫਰੈਂਡ ਦੀ ਸਪਾਂਸਰ ਹੈ। ਦੇਖੋ ਜੀ ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਤੁਹਾਡੇ ਕੋਲ ਜੇ ਟਰੈਵਲ ਹਿਸਟਰੀ ਨਹੀਂ ਵੀ ਹੈ ਤਾਂ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ। ਤੇ ਉਤੋਂ ਜੇ ਤੁਹਾਡੇ ਕੋਲ ਸਪਾਂਸਰ ਹੈ ਤਾਂ ਹੋਰ ਵੀ ਸੋਨੇ ਤੇ ਸੁਹਾਗਾ ਹੈਗਾ, ਤੁਸੀਂ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਟਰੈਵਲ ਹਿਸਟਰੀ ਦੀ ਕਿਹਨਾਂ ਲੋੜ ਪੈਂਦੀ ਹੈ? ਟਰੈਵਲ ਹਿਸਟਰੀ ਦੀ ਉਹਨਾਂ ਲੋਕਾਂ ਨੂੰ ਲੋੜ ਪੈਂਦੀ ਜਿਨ੍ਹਾਂ ਦੀ ਪ੍ਰੋਫਾਈਲ ਲੋ ਹੈ, ਤਾਂ ਕਿ ਉਹ ਅੰਬੈਸੀ ਦੇ ਵਿੱਚ ਇਹ ਚੀਜ਼ ਦਰਸਾ ਸਕਣ, ਅੰਬੈਸੀ ਅਫਸਰ ਨੂੰ ਇਹ ਚੀਜ਼ ਦਿਖਾ ਸਕਣ ਕਿ ਮੈਂ ਘੱਟ ਇਨਕਮ ਦੇ ਬਾਵਜੂਦ ਵੀ ਟਰੈਵਲ ਹਿਸਟਰੀ ਮੇਰੇ ਕੋਲ ਹੈਗੀ ਹੈ, ਮੈਂ ਕੰਟਰੀ ਘੁੰਮਦਾ ਰਹਿਣਾ, ਸੋ ਮੈਂ ਆਪਦਾ ਖਰਚਾ ਅਫੋਰਡ ਕਰ ਸਕਦਾ। ਮੈਂ ਪਹਿਲਾਂ ਵੀ ਆਪਦਾ ਖਰਚਾ ਅਫੋਰਡ ਕਰਦਾ ਰਿਹਾ, ਮੈਂ ਹੁਣ ਵੀ ਆਪਦਾ ਖਰਚਾ ਜਿਹੜਾ ਹੈਗਾ ਅਫੋਰਡ ਕਰ ਸਕਦਾ। ਪਰ ਜਿਨ੍ਹਾਂ ਦੀ ਪ੍ਰੋਫਾਈਲ ਚੰਗੀ ਹੈ, ਫੰਡ ਚੰਗੇ ਨੇ, ਇਨਕਮ ਚੰਗੀ ਹੈ, ਉਹਨਾਂ ਦਾ ਵਿਦਆਊਟ ਟਰੈਵਲ ਹਿਸਟਰੀ ਤੋਂ ਵੀ ਵੀਜ਼ਾ ਲੱਗ ਜਾਂਦਾ ਹੈ। ਦੁਸ਼ਯੰਤ ਬਾਈ ਨਰੈਣਾ ਲਿਖਦੇ ਨੇ ਕਿ ਸਰ 5th ਕਲਾਸ ਤੋਂ ਬਾਅਦ ਚ ਕੈਨੇਡਾ ਚ ਬੇਟੇ ਨੂੰ 6th ਕਲਾਸ ਐਡਮਿਸ਼ਨ ਕਰਾ ਸਕਦੇ ਹੈ ਕਿ ਦੱਸਿਓ ਪਲੀਜ਼। ਬ੍ਰਦਰ ਤੁਸੀਂ ਸਕੂਲਿੰਗ ਵੀਜ਼ੇ ਦੀ ਗੱਲ ਕਰਦੇ ਹੋ, ਸਕੂਲਿੰਗ ਨਾਂ ਦਾ ਕੋਈ ਵੀਜ਼ਾ ਨਹੀਂ ਹੁੰਦਾ। ਸਕੂਲਿੰਗ ਦੇ ਨਾਂ ਤੇ ਬਹੁਤ ਵੱਡਾ ਜਿਹੜਾ ਹੈਗਾ ਫਰਾਡ ਹੁੰਦਾ ਹੈ। ਖਾਸ ਕਰਕੇ ਇਸ ਚੀਜ਼ ਦਾ ਵੀ ਏਜੰਟਸ ਵੱਲੋਂ ਤੁਹਾਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਦੇ ਬੱਚੇ ਦੇ ਨਾਲ ਪੇਰੈਂਟਸ ਵੀ ਜਾ ਸਕਦੇ ਨੇ। ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਸਕੂਲਿੰਗ ਵੀਜ਼ਾ ਉਹਨਾਂ ਲੋਕਾਂ ਦਾ ਲੱਗਦਾ ਜਿਨ੍ਹਾਂ ਦੀ ਜਿਹੜਾ ਸਟੇਟਸ ਹੈ ਬਹੁਤ ਵਧੀਆ ਹੋਵੇ, ਕੋਈ ਵੱਡਾ ਸੈਲੀਬ੍ਰਿਟੀ ਹੋਵੇ, ਕੋਈ ਪੋਲੀਟੀਸ਼ੀਅਨ ਹੋਵੇ, ਕੋਈ ਇੰਡਸਟਰੀਅਲ ਹੋਵੇ, ਜਿਹੜਾ ਇਹ ਚੀਜ਼ ਸਾਬਤ ਕਰ ਸਕਦਾ ਹੋਵੇ ਕਿ ਇੱਥੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਖਤਰਾ ਹੈਗਾ, ਸੋ ਮੈਂ ਆਊਟ ਆਫ ਕੰਟਰੀ ਆਪਣੇ ਬੱਚਿਆਂ ਨੂੰ ਸਟੱਡੀ ਕਰਾਉਣਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਤੁਹਾਡੇ ਜਿਹੜੇ ਬੱਚੇ ਦੀ ਕਾਬਲੀਅਤ ਵੀ ਹੋਣੀ ਚਾਹੀਦੀ ਹੈ, ਯਾਨੀ ਕਿ ਤੁਹਾਡਾ ਬੱਚਾ 5th ਕਲਾਸ ਤੱਕ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਿਆ ਹੋਵੇ, ਜਿਹੜਾ ਵਧੀਆ ਇੰਗਲਿਸ਼ ਬੋਲਦਾ ਹੋਵੇ ਤੇ ਇੰਗਲਿਸ਼ ਸਮਝ ਸਕਦਾ ਹੋਵੇ, ਉਹੀ ਜਾ ਸਕਦਾ। ਜੇ ਆਪਾਂ ਨਾਰਮਲ ਪਰਿਵਾਰ ਇਹ ਗੱਲ ਕਰੀਏ, ਮਿਡਲ ਫੈਮਿਲੀਜ਼, ਕਿ ਅਸੀਂ ਆਪਦੇ ਬੱਚੇ ਨੂੰ ਸਕੂਲਿੰਗ ਵੀਜ਼ੇ ਤੇ ਆਫਟਰ 6th 7th 8th ਪੜ੍ਹਾ ਸਕਦੇ ਹਾਂ, ਕੈਨੇਡਾ ਭੇਜ ਸਕਦੇ ਹਾਂ, ਨਹੀਂ ਹੋ ਸਕਦਾ। ਬੱਚਾ ਜਿਹੜਾ ਵੀ ਪੜ੍ਹਨ ਜਾਂਦਾ ਹੈ ਉਹ ਆਫਟਰ 12th ਹੀ ਜਾ ਸਕਦਾ ਹੈ ਜੀ। ਗੁਰਪ੍ਰੀਤ ਲੰਬੇ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਬਠਿੰਡਾ ਤੋਂ ਹਾਂ। ਸਰ ਜੀ ਪਲੀਜ਼ ਜ਼ਰੂਰ ਦੱਸਣਾ, ਕਾਫੀ ਵਾਰੀ ਮੈਂ ਪੁੱਛਿਆ, ਮੈਂ ਜਦੋਂ ਆਪਣੇ ਬਾਇਓਮੈਟ੍ਰਿਕ ਹੋ ਜਾਣ ਤਾਂ PPR ਕੋਈ ਬੰਦਾ ਕਹਿ ਰਿਹਾ ਕਿ ਪੈਸੇ ਦੇ ਦਿਓ ਅਸੀਂ ਤੁਹਾਡੀ PPR ਮੰਗਵਾ ਦਿੰਦੇ ਹਾਂ, ਕੀ ਇਹ ਹੋ ਸਕਦਾ ਹੈ ਜਾਂ ਫੇਕ ਹੈ? ਬੰਦਾ ਕਹਿੰਦਾ ਮੈਨੂੰ ਕੋਈ ਜਾਣਦਾ ਹੈ ਤਾਂ ਦੱਸਣਾ ਕਿ ਸਹੀ ਇਹ ਗੱਲ ਹੈ। ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜੀ। ਅੰਬੈਸੀ ਦੇ ਵਿੱਚ ਕਿਸੇ ਦੀ ਕੋਈ ਸੈਟਿੰਗ ਜਿਹੜੀ ਹੈਗੀ ਹੈ ਨਹੀਂ ਹੋ ਸਕਦੀ। ਅੰਬੈਸੀ ਦੇ ਵਿੱਚ ਕੋਈ ਬੰਦਾ ਨਹੀਂ ਜਾਣ ਸਕਦਾ, ਸਿਰਫ ਤੁੱਕਾ ਮਾਰਦੇ ਆ ਲੋਕ। ਤੁਹਾਨੂੰ ਕਹਿਣਗੇ ਤੁਹਾਡਾ ਵੀਜ਼ਾ ਕਰਾ ਦਾਂਗੇ, ਤੁਹਾਡੇ ਤੋਂ ਪੈਸੇ ਲੈ ਕੇ ਆਪਦੀ ਪਾਕਟ ਦੇ ਵਿੱਚ ਪਾ ਲੈਣਗੇ। ਜਿਹਦਾ ਵੀਜ਼ਾ ਆ ਗਿਆ ਤਾਂ ਤੁਹਾਨੂੰ ਪੈਸੇ ਨਹੀਂ ਵਾਪਸ ਕਰਨਗੇ, ਜੇ ਵੀਜ਼ਾ ਨਾ ਆਇਆ ਹੋ ਸਕਦਾ ਕੱਟ ਕਟਾ ਕੇ ਤੁਹਾਨੂੰ ਪੈਸੇ ਵਾਪਸ ਕਰਨ। ਸੋ ਇਸ ਤਰ੍ਹਾਂ ਦਾ ਕੋਈ ਪ੍ਰੋਸੀਜਰ ਨਹੀਂ ਹੁੰਦਾ। ਜਿਹੜੀ PPR ਹੈ ਇਹ ਵੀਜ਼ਾ ਅਫਸਰ ਦੇ ਹੱਥ 'ਚ ਹੁੰਦੀ ਹੈ, ਅੰਬੈਸੀ ਦੇ ਹੱਥ 'ਚ ਹੁੰਦੀ ਹੈ। ਕੋਈ ਵੀ ਬੰਦਾ ਚਾਹੇ ਕੋਈ ਕਿੱਡਾ ਵੱਡਾ ਕੰਸਲਟੈਂਟ ਹੈ, ਇਸ ਤਰ੍ਹਾਂ ਤੁਹਾਡੀ ਹੈਲਪ ਜਿਹੜਾ ਹੈਗਾ ਉਹ ਨਹੀਂ ਕਰ ਸਕਦਾ। ਉਹ ਤੁਹਾਨੂੰ ਝੂਠ ਬੋਲ ਰਿਹਾ, ਤੁਹਾਨੂੰ ਬੇਵਕੂਫ ਬਣਾ ਰਿਹਾ। ਸੋ ਇਸ ਤਰ੍ਹਾਂ ਦੇ ਬੰਦਿਆਂ ਤੋਂ ਬਚਣਾ ਚਾਹੀਦਾ ਹੈ। ਗੁਰਜੀਤ ਸਿੰਘ ਦਾ ਅਗਲਾ ਕਮੈਂਟ ਹੈ, ਲਿਖਦੇ ਨੇ ਸਰ ਕੈਨੇਡਾ ਟੂਰਿਸਟ ਵੀਜ਼ਾ ਲਈ ਮੈਡੀਕਲ ਕੰਪਲਸਰੀ ਕਰ ਦਿੱਤਾ ਹੈ, ਰਿਪਲਾਈ ਪਲੀਜ਼। ਨਹੀਂ ਜੀ, ਹਾਲੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਟੂਰਿਸਟ ਵੀਜ਼ਾ ਲਈ ਕਿਸੇ ਤਰ੍ਹਾਂ ਦਾ ਕੋਈ ਮੈਡੀਕਲ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਹੈਗੀ। ਹਰਜੀਤ ਤੂਰ ਲਿਖਦੇ ਨੇ ਸਰ ਇਲੈਕਟ੍ਰੀਕਲ ਵਰਕ ਪਰਮਿਟ ਦੇ ਬਾਰੇ ਦੱਸ ਦਿਓ। ਦੇਖੋ ਵਰਕ ਪਰਮਿਟ ਅਲੱਗ-ਅਲੱਗ ਕੈਟਾਗਰੀਜ਼ ਦੇ ਹੁੰਦੇ ਨੇ। ਹਰ ਇੱਕ ਕੈਟਾਗਰੀ ਦੇ ਵਰਕ ਪਰਮਿਟ ਜਿਹੜੇ ਕੈਨੇਡਾ 'ਚ ਅਵੇਲੇਬਲ ਹੁੰਦੇ ਨੇ, ਡਿਪੈਂਡ ਕਰਦਾ ਹੈ ਕਿ ਤੁਹਾਡੀ ਪਕੜ ਕਿੱਥੋਂ ਤੱਕ ਹੈਗਾ, ਤੁਹਾਡੀ ਕੁਆਲੀਫਿਕੇਸ਼ਨ ਕਿੱਥੋਂ ਤੱਕ ਹੈ, ਤੁਹਾਡਾ ਆਈਲੈਟਸ ਕੀ ਸਕੋਰ ਹੈਗਾ। ਸੋ ਕਿਹੜੀ ਕੈਟਾਗਰੀ ਹੈ ਉਹਦੇ ਮੁਤਾਬਕ ਕਿਹੜੀਆਂ ਸ਼ਰਤਾਂ ਜੋ ਤੁਹਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ। ਸੋ ਜੇ ਤੁਸੀਂ ਉਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਹਰ ਇੱਕ ਕੈਟਾਗਰੀ ਦਾ ਵਰਕ ਪਰਮਿਟ ਜਿਹੜਾ ਉਹ ਲੈ ਸਕਦੇ ਹੋ ਜੀ। ਹਰਪ੍ਰੀਤ ਚੌਧਰੀ ਲਿਖਦੇ ਨੇ ਹੈਲੋ ਸਰ, ਮੈਂ ਇੰਡੀਆ ਫੁੱਟਬਾਲ ਟੀਮ ਵੱਲੋਂ ਏਸ਼ੀਆ ਗੇਮ ਖੇਲੀਆਂ ਨੇ ਜੀ 2018 'ਚ 12-13 ਕੰਟਰੀਜ਼ ਖੇਲ ਕੇ ਆਇਆ ਜੀ, ਜਿਹਦੇ ਵਿੱਚ ਸਪੇਨ ਐਂਡ ਆਲ 2018 ਗੇਮ ਸੀ। ਸਬ ਕੈਟਾਗਰੀ 2020 ਵਿੱਚ ਮੈਨੂੰ ਨਿਊਜ਼ੀਲੈਂਡ ਤੋਂ ਸਪਾਂਸਰ ਆਈ ਤੇ ਮੇਰਾ 1 ਸਾਲ ਦਾ ਵੀਜ਼ਾ ਲੱਗ ਗਿਆ ਸੀ। ਬਸ ਕੋਵਿਡ ਕਰਕੇ ਮੈਂ ਗਿਆ ਨਹੀਂ। ਹੁਣ ਮੈਂ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਦੇਖੋ ਵੀਜ਼ਾ ਦੇਣ ਦੇ ਵਿੱਚ ਕਿਸੇ ਕੰਟਰੀ ਨੂੰ ਕੋਈ ਦਿੱਕਤ ਨਹੀਂ ਹੁੰਦੀ। ਦਿੱਕਤ ਹੁੰਦੀ ਹੈ ਕਿ ਇਹ ਬੰਦਾ ਜੈਨੂਇਨ ਵਿਜ਼ਟਰ ਹੈਗਾ, ਕੀ ਇਹ ਬੰਦਾ
ਜਦੋਂ ਵਿਜ਼ਿਟ ਕਰੇਗਾ ਉਸ ਤੋਂ ਬਾਅਦ ਵਾਪਸ ਮੁੜ ਜਾਏਗਾ। ਤੁਹਾਡੇ ਵਾਪਸ ਮੁੜਨ ਦੇ ਕੀ ਚਾਂਸਸ ਨੇ, ਤੁਹਾਡੇ ਫੈਮਿਲੀ ਟਾਈਜ਼ ਕੀ ਨੇ। ਫੈਮਿਲੀ ਟਾਈਜ਼ ਇਸ ਕਰਕੇ ਚੈੱਕ ਕੀਤੇ ਜਾਂਦੇ ਨੇ ਤਾਂ ਕਿ ਤੁਸੀਂ ਵਾਪਸ ਜਾ ਸਕੋ। ਤੁਹਾਡਾ ਕੰਮਕਾਰ ਕੀ ਹੈ, ਤੁਹਾਡਾ ਬਿਜ਼ਨਸ ਕੀ ਹੈ, ਤੁਹਾਡਾ ਪਰਪਸ ਆਫ ਟਰੈਵਲ ਕੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾਂਦੀਆਂ ਨੇ। ਸੋ ਜਦੋਂ ਸਾਰੀਆਂ ਚੀਜ਼ਾਂ ਮੈਚ ਹੋਣ, ਤੁਹਾਡੇ ਫੇਵਰ ਦੇ ਵਿੱਚ ਹੋਣ, ਵੀਜ਼ਾ ਮਿਲ ਜਾਂਦਾ ਹੈ। ਸਭ ਤੋਂ ਵੱਡਾ ਜਿਹੜੀ ਤੁਹਾਡੇ ਕੋਲ ਜਿਹੜੀ ਚੀਜ਼ ਹੈਗੀ, ਤੁਹਾਡੀ ਟਰੈਵਲ ਹਿਸਟਰੀ, ਤੁਹਾਡੀ ਵਧੀਆ ਕੰਟਰੀ ਦੀ ਟਰੈਵਲ ਹਿਸਟਰੀ ਹੈਗੀ ਹੈ। ਸੋ ਜੇ ਤੁਸੀਂ ਥੋੜੀ ਜਿਹੀ ਵੀ ਪ੍ਰੋਫਾਈਲ ਵਧੀਆ ਦਿਖਾ ਦੋਗੇ, ਥੋੜਾ ਜਿਹਾ ਆਪਣਾ ਇਨਕਮ ਦਾ ਸਾਧਨ ਦਿਖਾ ਦੋਗੇ, ਟਰੈਵਲ ਹਿਸਟਰੀ ਦੇ ਬੇਸ ਤੇ ਹੀ ਤੁਹਾਡਾ ਵੀਜ਼ਾ ਲੱਗ ਜਾਣਾ ਹੈਗਾ ਜੀ। ਸੋ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ, ਅਸੀਂ ਡੈਫੀਨੇਟ ਤੁਹਾਡੀ ਹੈਲਪ ਕਰਾਂਗੇ ਜੀ। जगमीत राणा का अगला कमेंट है, लिखते ने सर क्या करना होगा कनाडा में वर्क परमिट में और सैलरी कितनी होगी, कितने दिन का वीज़ा लगेगा जी। देखो कैनेडा वर्क परमिट ते जिस तरह की तुसी कैटागरी लभदे हो उस तरह की कैटागरी दे विच तुहानूं जॉब मिलती है। सो कैनेडा ये नहीं है कि दुबई वांगू हर कोई बंदा कनेडा जा सकता है। कनेडा वही लोग ही जा सकते हैं जिन्हां दे क्वालीफाइड होण, यानी कि घट्टो घट्ट ग्रैजुएट होण, उस तो बाद 3 साल का तजर्बा होवे ते तुहाडा ओवरऑल 6 बैंड या 5.5 बैंड ਦਾ ਸਕੋਰ ਹੋਵੇ। ਸੋ ਇਹ ਜੇ ਤੁਸੀਂ ਰਿਕੁਆਇਰਮੈਂਟ ਪੂਰੀਆਂ ਕਰਦੇ ਹੋ ਤਾਂ ਔਰ ਉਧਰੋਂ ਕੋਈ EMPLOYER ਤੁਹਾਨੂੰ ਸਪਾਂਸਰ ਕਰੇ, ਯਾਨੀ ਕੋਈ EMPLOYER ਤੁਹਾਨੂੰ ਜੌਬ ਆਫਰ ਕਰੇ, ਦੈਨ ਤੁਸੀਂ ਕੈਨੇਡਾ ਵਰਕ ਪਰਮਿਟ ਤੇ ਜਾ ਸਕਦੇ ਹੋ। ਕੰਮ ਕੀ ਕਰਨਾ ਹੁੰਦਾ ਹੈ, ਕੰਮ ਜੋ ਕੈਟਾਗਰੀ ਦਾ ਕੰਮ ਮਿਲਦਾ ਉਹੀ ਕੰਮ ਆਪਾਂ ਨੂੰ ਕਰਨਾ ਪੈਂਦਾ ਹੈ। ਜਤਿੰਦਰ ਢਿੱਲੋਂ ਦਾ ਅਗਲਾ ਕਮੈਂਟ ਹੈ ਜੀ, ਸਰ ਮੇਰਾ ਵਿਜ਼ਟਰ ਵੀਜ਼ਾ ਦੀ ਬਾਇਓਮੈਟ੍ਰਿਕ 7 ਦਸੰਬਰ 2021 ਨੂੰ ਹੋਈ ਸੀ। ਸਪਾਂਸਰ ਬਰਥਡੇ 8 ਜਨਵਰੀ 2022 ਦਾ ਸੀ, पर 18 जनवरी ਨੂੰ भी रिजल्ट नहीं आया रिफ्यूजल आ गई है कि तुसी वापस उत्थे ही GCK ते अप्लाई करा जां कि मैं अपनी वाइफ दा करा, क्योंकि वाइफ दी फ्रेंड वालों स्पॉन्सर सी। जतिंदर जी कोई दिक्कत नहीं, तुसी रिप्लाई कर सकते हो। साडे हुण लेटेस्ट कई वीज़ा आए ने, वो भी जिहड़े हैगे रिफ्यूजल तो बाद आए ने। सो तुसी कर सकते हो, हुण भी कर सकते हो। ਕੱਲੀ ਵਾਈਫ ਦਾ ਹੀ ਕਰ ਲਓ, ਜ਼ਿਆਦਾ ਵਧੀਆ। ਵਾਈਫ ਦਾ ਵੀਜ਼ਾ ਲੱਗ ਗਿਆ, ਤੁਹਾਡੇ ਵੀ ਲੱਗਣ ਦੇ ਚਾਂਸਸ ਹੋ ਜਾਂਦੇ ਨੇ। ਕਰਨ ਸਿੰਘ ਦਾ ਅਗਲਾ ਕਮੈਂਟ ਹੈ, ਸਰ ਕੇਪਸ ਨੋਟਸ ਜੋ ਡਾਕੂਮੈਂਟ ਅਪਲਾਈ ਕੀਤੇ ਸੀ ਉਹ ਆ ਜਾਂਦੇ ਨੇ? ਬਿਲਕੁਲ ਜੀ, ਜੋ ਡਾਕੂਮੈਂਟ ਲਾਏ ਨੇ ਉਹ ਕੇਪਸ ਨੋਟਾਂ ਦੇ ਵਿੱਚ ਨਿਕਲ ਜਾਂਦੇ ਨੇ। ਮਨਪ੍ਰੀਤ ਕੌਰ ਲਿਖਦੇ ਨੇ, ਹੈਲੋ ਸਰ, ਆਈ ਐਮ ਸ਼ਮਸ਼ੇਰ ਸਿੰਘ, ਅੰਮ੍ਰਿਤਸਰ, ਏਜ 34 ਈਅਰ ਐਂਡ ਮਾਈ ਵਾਈਫ 36। ਸਰ ਅਸੀਂ ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ, ਸਾਡੇ ਬਾਇਓਮੈਟ੍ਰਿਕ 7 ਦਸੰਬਰ ਨੂੰ ਹੋਈ ਸੀ ਤੇ 30 ਜਨਵਰੀ ਨੂੰ ਰਿਫਿਊਜ਼ਲ ਆ ਗਈ ਹੈ। ਸਾਡੀ ਫਾਈਲ ਸਟਰੋਂਗ ਸੀ, ਜੇ ਫਾਰਮ ਵੀ ਲਗਾਏ ਸੀ, ਬੈਂਕ ਸਟੇਟਮੈਂਟ ਸੀ, ਰਿਪੋਰਟ ਸੀ। ਜਿਨ੍ਹਾਂ ਕੋਲ ਅਪਲਾਈ ਕੀਤਾ ਸੀ ਉਹਨਾਂ ਰਿਫਿਊਜ਼ਲ ਦਾ ਰੀਜ਼ਨ ਕੁਝ ਵੀ ਨਹੀਂ ਦੱਸਿਆ। ਬੋਲ ਰਹੇ ਹੈ ਕਿ ਕੰਪਿਊਟਰ ਆਟੋ ਕੱਟ 'ਚ ਰਿਫਿਊਜ਼ਲ ਆ ਗਈ ਹੈ, ਫਿਰ 45 ਡੇ ਬਾਅਦ ਰੀਅਪਲਾਈ ਕਰ ਸਕਦੇ ਹੋ। ਪਲੀਜ਼ ਐਡਵਾਈਸ, ਅਸੀਂ ਰੀਪਲਾਈ ਕਰ ਸਕਦੇ ਹਾਂ ਜੀ ਕਿ ਇਸ ਦਾ ਰਿਜ਼ਲਟ ਪੋਜ਼ਿਟਿਵ ਹੋਵੇਗਾ ਜੀ? ਪਲੀਜ਼ ਸਰ ਰਿਪਲਾਈ ਮਾਈ ਮੈਸੇਜ ਐਜ਼ ਸੂਨ ਐਜ਼ ਪੋਸੀਬਲ। ਬ੍ਰਦਰ ਦੇਖੋ ਇਸ ਤਰ੍ਹਾਂ ਹੈਗਾ ਜੀ, ਜਿਹੜਾ ਤੁਹਾਡਾ ਵੀਜ਼ਾ ਉਹ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ। ਜੇ ਤੁਹਾਡੀ ਪ੍ਰੋਫਾਈਲ ਵਧੀਆ ਫਿਰ ਵੀਜ਼ਾ ਆ ਜਾਂਦਾ ਹੈ, ਫਿਰ ਰੀਪਲਾਈ ਕਰਨ ਦੀ ਵੀ ਲੋੜ ਨਹੀਂ ਹੁੰਦੀ। ਜੇ ਤੁਹਾਡੀ ਪ੍ਰੋਫਾਈਲ ਅੱਛੀ ਨਹੀਂ ਹੈਗੀ ਔਰ ਤੁਹਾਨੂੰ ਰਿਫਿਊਜ਼ਲ ਆ ਗਈ, ਜੇ ਤੁਸੀਂ ਰੀਪਲਾਈ ਕਰੋਗੇ ਫਿਰ ਵੀ ਤੁਹਾਡੀ ਰਿਫਿਊਜ਼ਲ ਆਏਗੀ। ਸੋ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ 'ਤੇ। ਤੁਸੀਂ ਆਪਦੀ ਪ੍ਰੋਫਾਈਲ डिटेल च मेरे नाल डिस्कस कर लियो, मैं दस दूंगा कि वीज़ा आ सकता या नहीं ਤੁਹਾਡਾ। नरेश पटेल लिखते हैं, हाई सर हाउ आर यू, I want to get USA F1 visa finish March 2021 because I need visa for any country, so which country I have to apply possible my visitor visa, so please can you help me? Yes, why not नरेश जी। देखिए आपके पास US का वीज़ा है तो आप किसी भी कंट्री का वीज़ा ले सकते हैं, कनाडा का भी कर सकते हैं, UK का भी कर सकते हैं, शेंगन भी वीज़ा अप्लाई कर सकते हैं। तो डिसाइड कर लीजिए, बता दीजिए, आपका वीज़ा हो जाएगा जी। रामेर पुनिया लिखते हैं, सर टूरिस्ट वीज़ा ते जाके स्टडी वीज़ा अप्लाई कर सकते हैं? बिल्कुल जी, टूरिस्ट वीज़ा ਨੂੰ ਤੁਸੀਂ ਸਟੱਡੀ 'ਚ ਵੀ ਕਨਵਰਟ ਕਰ ਸਕਦੇ ਹੋ ਤੇ ਵਰਕ ਪਰਮਿਟ 'ਚ ਵੀ ਕਨਵਰਟ ਕਰ ਸਕਦੇ ਹੋ। ਰਵੀ ਸਿੰਘ ਲਿਖਦੇ ਨੇ, ਸਰ ਆਸਟ੍ਰੇਲੀਆ ਦਾ ਵਰਕ ਵੀਜ਼ਾ ਬਾਰੇ ਦੱਸਿਓ ਜੀ। ਸਰ ਸੌਰੀ, ਆਸਟ੍ਰੇਲੀਆ ਦਾ ਵਰਕ ਵੀਜ਼ਾ ਅਸੀਂ ਨਹੀਂ ਕਰਦੇ ਜੀ। ਰਵਜੋਤ ਸਿੰਘ ਲਿਖਦੇ ਨੇ, ਸਰ ਆਈ ਹੈਵ ਅਪਲਾਈਡ ਫॉर ਵਿਜ਼ਟਰ ਵੀਜ਼ਾ ਬਟ your agent told me to have good fund in account, but I am businessman, but the registration and proprietorship is to my father, and she told me to attach a supporting affidavit with file, so would get me visa? Yes, ਜੇਕਰ ਤੁਹਾਡੀ ਦੇਖੋ ਇਸ ਤਰ੍ਹਾਂ ਜੀ, ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਨਹੀਂ ਹੈਗੀ ਜਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਆਪਣੇ ਕੰਮ ਕਰ ਰਹੇ ਹੋ ਜੋ ਤੁਹਾਡੇ ਫਾਦਰ ਮਦਰ ਨਾਲ ਰਿਲੇਟਡ ਹੈ, ਤਾਂ ਤੁਹਾਨੂੰ ਆਪਣੇ ਫਾਦਰ ਮਦਰ ਦੀ ਸਪੋਰਟ ਲੈਣੀ ਪੈਣੀ ਹੈਗੀ ਹੈ। ਜੇਕਰ ਨਹੀਂ ਲੈਣਾ ਚਾਹੁੰਦੇ ਫਿਰ ਤੁਹਾਨੂੰ ਆਪਦਾ
ਇੰਡੀਵਿਜੂਅਲ ਜਿਹੜੀ ਇਨਕਮ ਹੈਗੀ ਆ ਉਹ ਦਿਖਾਣੀ ਪੈਂਦੀ ਹੈ। ਸੰਧੂ ਲਿਖਦੇ ਨੇ ਸਰ ਮੇਰੀ ਮਮ ਡੈਡ ਸਿਸਟਰ ਨਾਲ ਪੀਆਰ ਹੋ ਸਰ ਮੇਰੀ ਮਮ ਡੈਡ ਸਿਸਟਰ ਪੀਆਰ ਹੋ ਜਾਣ ਕਿ ਮਮ ਡੈਡ ਨਾਲ ਮੈਂ ਵੀ ਪੀਆਰ ਹੋ ਸਕਦਾ ਜਾਂ ਨਹੀਂ ਵਿਜ਼ਟਰ ਵੀਜ਼ਾ ਤੋਂ। ਮੇਰੀ ਏਜ 21 ਸਾਲ ਹੈ ਐਂਡ ਵਿਜ਼ਟਰ ਵੀਜ਼ਾ ਹੈ। ਦੇਖੋ ਜਿਹੜੀ ਤੁਹਾਡੀ ਪ੍ਰੋਫਾਈਲ ਜਿਹੜੀ ਤੁਹਾਡੀ ਪੀਆਰ ਹੈ ਉਹ ਤੁਹਾਡੀ ਪ੍ਰੋਫਾਈਲ ਤੋਂ ਹੋਣੀ ਹੈ, ਕਿਉਂਕਿ ਜੇ ਤੁਸੀਂ ਅੰਡਰ 18 ਹੁੰਦੇ ਫਿਰ ਮਦਰ ਫਾਦਰ ਦੇ ਨਾਲ ਤੁਹਾਡੀ ਪੀਆਰ ਹੋ ਸਕਦੀ ਸੀਗੀ ਜੇ ਉਹ ਪੀਆਰ ਤੇ ਹੈਗੇ ਸੀਗੇ। ਜੇ ਹੁਣ ਤੁਹਾਡੇ ਕੋਲ ਵਿਜ਼ਟਰ ਵੀਜ਼ਾ, ਤੁਸੀਂ ਉੱਥੇ ਜਾ ਕੇ ਆਪਦਾ ਵਰਕ ਪਰਮਿਟ ਕਨਵਰਟ ਕਰ ਸਕਦੇ ਹੋ ਤੇ ਜਦੋਂ ਵਰਕ ਪਰਮਿਟ ਕੰਪਲੀਟ ਹੋ ਜਾਏਗਾ ਉਹ ਤੁਸੀਂ ਪੀਆਰ ਵਾਸਤੇ ਅਪਲਾਈ ਕਰ ਸਕਦੇ ਹੋ ਜੀ। ਸੰਜੇ ਵਗੇਲਾ ਲਿਖਦੇ ਨੇ ਸਰ ਮਾਈ ਫਾਈਲ ਇਜ਼ ਸਟਾਪ ਵਿਦਆਊਟ ਐਨੀ ਆਨਸਰ ਕੈਨ ਬੀ ਪੋਸੀਬਲ ਕੈਨੇਡਾ ਵਿਜ਼ਟ ਵੀਜ਼ਾ ਟੂ ਅਪਲਾਈ AIPP PR ਪ੍ਰੋਗਰਾਮ। ਕਰ ਸਕਦੇ ਹੋ ਜੀ, ਜੇ AIPP ਥਰੂ ਕਰਨਾ ਚਾਹੁੰਦੇ ਤੁਸੀਂ ਉਹਦੀਆਂ ਕੰਡੀਸ਼ਨ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਦੇ ਹੋਣੇ ਚਾਹੀਦੇ ਹੋ। ਸੋ ਤੁਹਾਡੀ ਫਾਈਲ ਸਟਾਪ ਕਿਉਂ ਹੋਈ ਹੈ, ਜਿਸ ਕੰਸਲਟੈਂਟ ਤੁਸੀਂ ਆਪਣੀ ਫਾਈਲ ਅਪਲਾਈ ਕੀਤੀ ਹੈ ਉੱਥੋਂ ਤੁਹਾਨੂੰ ਪਤਾ ਕਰਨਾ ਚਾਹੀਦਾ। ਸੋ ਦੋਸਤੋ ਇਹ ਸੀਗੇ ਤੁਹਾਡੇ ਕਮੈਂਟ, ਤੁਹਾਡੇ ਸਵਾਲ ਯਾਨੀ ਕਿ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ। ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਵਧੇਰੇ ਜਾਣਕਾਰੀ ਲਈ ਆਪਣਾ ਕੇਸ ਡਿਸਕਸ ਕਰਨ ਲਈ, ਆਪਣਾ ਕੇਸ ਅਪਲਾਈ ਕਰਨ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।